हाँ जी स्टूडेंट्स, नैक्सट ਜਿਹੜਾ ਆਪਣਾ ਜਿਹੜਾ ਟੌਪਿਕ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹੈਗੇ ਆ ਦੈਟ ਇਜ਼ ਮੈਕਸਿਮਾ ਐਂਡ ਮਿਨੀਮਾ। ਮੈਕਸਿਮਾ ਐਂਡ ਮਿਨੀਮਾ ਕੈਲਕੂਲਸ ਦਾ ਇੱਕ ਬੜਾ ਇੰਪੋਰਟੈਂਟ ਪਾਰਟ ਹੈਗਾ ਜਿਸ ਨੂੰ ਆਪਾਂ ਡਿਸਕਸ ਕਰਨ ਜਾ ਰਹੇ ਹੈਗੇ ਆ। ਇਹਦੇ 'ਚ ਕੀ ਹੁੰਦਾ ਹੈਗਾ, ਦੋ ਟਾਈਪ ਦੇ ਇਹ ਮੈਕਸਿਮਾ ਐਂਡ ਮਿਨੀਮਾਸ ਹੁੰਦੇ ਹੈਗੇ ਆ ਜਿਹੜੇ ਆਪਾਂ ਕੁਐਸਚਨ ਦੇ ਪੁਆਇੰਟ ਆਫ ਵਿਊ ਨਾਲ ਡਿਸਕਸ ਕਰਦੇ ਆ। ਇੱਕ ਤਾਂ ਹੁੰਦਾ ਐਬਸੋਲੂਟ ਮੈਕਸਿਮਾ ਐਂਡ ਮਿਨੀਮਾ, ਐਬਸੋਲੂਟ ਮੈਕਸਿਮਾ ਐਂਡ ਮਿਨੀਮਾ। ਇੱਕ ਹੁੰਦਾ ਲੋਕਲ ਮੈਕਸਿਮਾ ਐਂਡ ਮਿਨੀਮਾ। ਇਸੇ ਤਰੀਕੇ ਨਾਲ ਇਹਦੀਆਂ ਦੋ ਵੈਲਿਊਜ਼ ਹੁੰਦੀਆਂ, ਐਬਸੋਲੂਟ ਮੈਕਸਿਮਮ ਜਾਂ ਮਿਨੀਮਮ ਵੈਲਿਊਜ਼ ਤੇ ਲੋਕਲ ਮੈਕਸਿਮਮ ਐਂਡ ਮਿਨੀਮਮ ਵੈਲਿਊਜ਼। ਜਿਵੇਂ ਸਪੋਜ਼ ਕਰ ਲਓ x1 ਦੇ ਉੱਪਰ ਇੱਕ ਫੰਕਸ਼ਨ ਦੀ ਵੈਲਿਊ ਹੈਗੀ ਆ f(x1) ਦੀ, x2 ਦੇ ਉੱਪਰ ਇਹ f(x2) ਆ। ਇਹਦੇ 'ਚ ਆਹ ਵਾਲੀ ਵੈਲਿਊ ਜਿਹੜੀ ਹੈ ਇਹ ਇੱਕ ਮੈਕਸਿਮਮ ਵੈਲਿਊ ਹੈ ਔਰ ਜਿਹੜੀ ਆਹ ਵਾਲੀ ਵੈਲਿਊ ਹੈ ਦੈਟ ਇਜ਼ ਮਿਨੀਮਮ ਵੈਲਿਊ ਹੈ। ਆਪਾਂ ਜਿਹੜੀਆਂ ਵੈਲਿਊਜ਼ ਹੈਗੀਆਂ f(x1) ਤੇ f(x2) ਇਹ ਆਪਾਂ ਫਾਈਂਡ ਆਊਟ ਕਰਿਆ ਕਰਨੀਆਂ, ਠੀਕ ਹੈ। ਤੇ ਇਹ ਜਿਹੜੇ ਪੁਆਇੰਟ ਆ ਇਹ ਐਬਸੋਲੂਟ ਜਾਂ ਲੋਕਲ ਮਿਨੀਮਮ ਜਾਂ ਮੈਕਸਿਮਮ ਵੈਲਿਊਜ਼ ਜਾਂ ਮੈਕਸਿਮਮ ਪੁਆਇੰਟਸ ਬਣ ਜਾਂਦੇ ਆ। ਇਹਨਾਂ ਦੇ ਵਾਸਤੇ ਇੱਕ ਰੂਲ ਹੈਗਾ। ਰੂਲ ਕੀ ਹੈਗਾ? ਫਾਈਂਡ ਦਾ ਐਬਸੋਲੂਟ ਮੈਕਸਿਮਮ ਐਂਡ ਮਿਨੀਮਮ ਵੈਲਿਊ ਐਂਡ ਐਬਸੋਲੂਟ ਮੈਕਸਿਮਾ ਐਂਡ ਮਿਨੀਮਾ। ਐਬਸੋਲੂਟ ਮੈਕਸਿਮਾ ਤੇ ਮਿਨੀਮਾ ਕਿਵੇਂ ਫਾਈਂਡ ਕਰਨਾ ਹੈ, ਇਸ ਰੂਲ ਨੂੰ ਆਪਾਂ ਡਿਸਕਸ ਕਿੱਦਾਂ ਕਰਨਾ ਹੈਗਾ। ਪਹਿਲਾਂ ਕੀ ਕਰਨਾ, ਆਪਾਂ y = f(x) ਜੋ ਗਿਵਨ ਫੰਕਸ਼ਨ ਆ ਉਹ ਲਿਖ ਲੈਣਾ। ਇੰਟਰਵਲ ਤੁਹਾਡੇ ਕੋਲੇ ਦਿੱਤਾ ਹੋਇਆ ਕਰੂਗਾ। ਤੁਸੀਂ ਕੀ ਫਾਈਂਡ ਆਊਟ ਕਰਨਾ, dy/dx। ਜਦੋਂ ਤੁਸੀਂ dy/dx ਫਾਈਂਡ ਆਊਟ ਕਰਨਾ ਅਕੋਰਡਿੰਗ ਟੂ ਦੀ ਰੂਲ, ਇਹ ਰੂਲ ਦੱਸ ਰਿਹਾ ਹੈਗਾ ਮੈਂ ਕਿ ਐਬਸੋਲੂਟ ਮੈਕਸਿਮਾ ਤੇ ਐਬਸੋਲੂਟ ਮਿਨੀਮਾ ਵੈਲਿਊਜ਼ ਦੇ ਰੂਲਸ ਕੀ ਆ। ਪਹਿਲਾਂ y = f(x) ਲਿਖੋ। ਇੰਟਰਵਲ ਤੁਹਾਨੂੰ ਦਿੱਤਾ ਹੋਏਗਾ, ਉਹਦਾ dy/dx ਤੁਸੀਂ ਫਾਈਂਡ ਆਊਟ ਕਰ ਲੈਣਾ, ਮੀਨਸ ਫਸਟ ਡੈਰੀਵੇਟਿਵ, ਔਰ ਉਹ ਫਸਟ ਡੈਰੀਵੇਟਿਵ ਨੂੰ 0 ਦੇ ਬਰਾਬਰ ਪੁੱਟ ਕਰ ਲੈਣਾ। ਜਦੋਂ ਤੁਸੀਂ 0 ਦੇ ਬਰਾਬਰ ਪੁੱਟ ਕਰੋਗੇ ਤਾਂ ਉਹ ਤੁਹਾਨੂੰ ਵੈਲਿਊਜ਼ ਦੇਗਾ x ਦੀਆਂ। ਉਹ x ਦੀਆਂ ਵੈਲਿਊਜ਼ ਮੈਂ ਐਗਜ਼ਾਮਪਲ ਦੇ ਵਿੱਚ ਕਲੀਅਰ ਕਰਾਂਗਾ ਹੁਣੇ। ਇਸ ਟਾਈਪ ਦੀਆਂ x ਦੀਆਂ ਵੈਲਿਊਜ਼ ਆ ਜਾਣਗੀਆਂ। x ਦੀਆਂ ਕੋਈ ਵੀ ਵੈਲਿਊਜ਼ ਹੋ ਸਕਦੀਆਂ ਹੈਗੀਆਂ। ਤਾਂ ਕੀ ਕਰਨਾ ਹੈਗਾ, ਉਸ ਤੋਂ ਬਾਅਦ ਇੱਕ ਇੰਟਰਵਲ ਦਿੱਤਾ ਹੋਇਆ ਹੋਊਗਾ, ਇੰਟਰਵਲ ਦੇ ਐਂਡ ਪੁਆਇੰਟਸ ਤੇ x ਦੀਆਂ ਵੈਲਿਊਜ਼ ਜੋ ਹੈ ਇਹਨਾਂ ਸਾਰਿਆਂ ਨੂੰ ਤੁਸੀਂ ਆਹ ਦੇਖੋ x ਦਾ ਐਂਡ ਪੁਆਇੰਟ ਆ ਜਿਹੜੇ x b a ਤੇ b ਤੇ ਇੱਕ ਆਹ ਜਿਹੜੀਆਂ ਵੈਲਿਊਜ਼ ਇਹ ਇੰਟਰਵਲ ਦੇ ਵਿੱਚ ਲਾਈ ਕਰਦੀਆਂ। ਇਹਨਾਂ ਨੂੰ ਤੁਸੀਂ ਟੈਸਟ ਕਰਨਾ ਗਿਵਨ ਫੰਕਸ਼ਨ ਦੇ ਵਿੱਚੋਂ। ਐਗਜ਼ਾਮਪਲ 'ਚ ਕਲੀਅਰ ਹੋਏਗਾ ਬੜਾ ਵਧੀਆ। f(a) f(b) f(alpha)। alpha ਮੀਨਸ ਕਿ α1 ਹੋ ਸਕਦਾ, α2 ਹੋ ਸਕਦਾ, α3 ਹੋ ਸਕਦਾ, ਕੋਈ ਵੀ ਵੈਲਿਊ। ਹੁਣ ਜਿਹੜੀ ਵੈਲਿਊ ਇਹਨਾਂ 'ਚੋਂ ਗ੍ਰੇਟੈਸਟ ਹੋਏਗੀ, ਜਿਹੜੀ ਵੈਲਿਊ ਇਹਨਾਂ ਦੇ ਵਿੱਚੋਂ ਗ੍ਰੇਟੈਸਟ ਹੋਏਗੀ ਉਹੀ ਵੈਲਿਊ ਜਿਹੜੀ ਹੈ ਆਪਣੇ ਕੋਲੇ ਇਹਨਾਂ ਦੇ ਵਿੱਚੋਂ ਤਿੰਨਾਂ 'ਚੋਂ ਜਿਹੜੀ ਗ੍ਰੇਟੈਸਟ ਵੈਲਿਊ ਹੋਏਗੀ ਉਹ ਹੋਏਗੀ ਐਬਸੋਲੂਟ ਮੈਕਸਿਮਮ ਵੈਲਿਊ ਇਹਨਾਂ ਦੇ ਵਿੱਚੋਂ, ਤੇ ਜਿਹੜੀ ਸਮੋਲੈਸਟ ਹੋਏਗੀ ਉਹ ਐਬਸੋਲੂਟ ਮਿਨੀਮਮ ਵੈਲਿਊ। ਵਿਚ ਐਵਰ ਇਜ਼ ਗ੍ਰੇਟੈਸਟ ਦੈਟ ਇਜ਼ ਐਬਸੋਲੂਟ ਮੈਕਸਿਮਮ ਵੈਲਿਊ ਐਂਡ ਪੁਆਇੰਟ, ਜਿਸ ਪੁਆਇੰਟ ਦੇ ਉੱਤੇ ਇਹ ਤਿੰਨਾਂ ਪੁਆਇੰਟਾਂ ਦੇ ਵਿੱਚੋਂ ਜਿਸ ਪੁਆਇੰਟ ਦੇ ਉੱਤੇ ਇਹ ਵੈਲਿਊ ਨੇ ਅਟੇਨ ਕੀਤੀ ਹੈਗੀ ਆ ਉਹ ਇਹਦੀ ਐਬਸੋਲੂਟ ਮੈਕਸਿਮਮ ਜਾਂ ਮਿਨੀਮਮ ਵੈਲਿਊ ਰਿਸਪੈਕਟਿਵਲੀ ਆ ਜਾਏਗੀ। ਇਹ ਜਿਹੜੇ ਕੁਐਸਚਨ ਹੈਗਾ ਜੋ ਆਪਾਂ ਹੁਣ ਨੈਕਸਟ ਟਾਈਮ ਲੈ ਰਹੇ ਹੈਗੇ ਆ ਉਹ ਉਸ ਨੂੰ ਕਲੀਅਰ ਕਰੇਗਾ ਕਿ ਹਾਊ ਵਿਲ ਯੂ ਫਾਈਂਡ ਦੀ ਐਬਸੋਲੂਟ ਮੈਕਸਿਮਮ ਵੈਲਿਊ, ਐਬਸੋਲੂਟ ਮਿਨੀਮਮ ਵੈਲਿਊ, ਐਬਸੋਲੂਟ ਮੈਕਸਿਮਾ, ਐਬਸੋਲੂਟ ਮਿਨੀਮਾ। ਸਪੈਸੀਫਿਕਲੀ ਜਿਹੜੇ ਆਹ ਪੁਆਇੰਟਸ ਹੁੰਦੇ ਹੈਗੇ ਆ ਦੇ ਆਰ ਨੋਨ ਐਜ਼ ਐਬਸੋਲੂਟ ਮੈਕਸਿਮਾ ਐਂਡ ਮਿਨੀਮਾ ਰਿਸਪੈਕਟਿਵਲੀ। ਜਿੱਦਾਂ ਕਿ ਆਪਾਂ ਇੱਕ ਐਗਜ਼ਾਮਪਲ ਦੀ ਗੱਲ ਕਰਦੇ ਹੈਗੇ ਆ। ਐਗਜ਼ਾਮਪਲ ਲੈਂਦੇ ਆ, ਫਾਈਂਡ ਐਬਸੋਲੂਟ ਮੈਕਸਿਮਮ ਐਂਡ ਮਿਨੀਮਮ ਵੈਲਿਊ ਆਫ ਦੀ ਫੰਕਸ਼ਨਸ। ਇਹਦੇ 'ਚ ਆਪਾਂ ਇੱਕ ਚੀਜ਼ ਹੋਰ ਲਿਖ ਦਿੰਦੇ ਆ ਕਿ ਆਲਸੋ ਫਾਈਂਡ ਦੀ ਐਬਸੋਲੂਟ ਮੈਕਸਿਮਾ ਐਂਡ ਮਿਨੀਮਮ। ਆਲਸੋ ਫਾਈਂਡ ਦੀ ਐਬਸੋਲੂਟ ਮੈਕਸਿਮਾ ਐਂਡ ਮਿਨੀਮਮ। ਫੰਕਸ਼ਨ ਦੀ ਵੈਲਿਊ ਕਿੰਨੀ ਹੈ, f(x) = x³ - 3x। ਗਿਵਨ ਫੰਕਸ਼ਨ ਆ, ਰੂਲ ਦੇ ਅਕੋਰਡਿੰਗਲੀ f'(x) ਤੁਸੀਂ ਫਾਈਂਡ ਆਊਟ ਕਰ ਲੈਣਾ। f'(x) x³ ਦਾ ਡੈਰੀਵੇਟਿਵ 3x² -3।
ਐਫ ਡੈਸ਼ ਐਕਸ 0 ਤੁਸੀਂ ਜਦੋਂ ਪੁੱਟ ਕੀਤਾ ਤਾਂ ਇਹਦੇ ਚੋਂ ਤੁਹਾਡੇ ਕੋਲੇ ਐਕਸ ਦੀਆਂ ਵੈਲਿਊਜ਼ ਆ ਜਾਣਗੀਆਂ, ਕਿਹੜੀਆਂ ਕਿਹੜੀਆਂ, ਪਲੱਸ ਮਾਈਨਸ 1। ਇਹ ਦੇਖਣਾ ਤੁਸੀਂ ਇਸ ਇੰਟਰਵਲ ਦੇ ਵਿੱਚ ਲਾਈ ਕਰਦੀਆਂ। ਜੇ ਇਸ ਇੰਟਰਵਲ 'ਚ ਲਾਈ ਕਰਦੀਆਂ ਤਾਂ ਦੋਨੇ ਵੈਲਿਊਜ਼ ਇਹ ਪਲੱਸ ਐਂਡ ਪੁਆਇੰਟ ਆਫ ਇੰਟਰਵਲਸ -3 -1 1 ਤੇ 3, ਇਹ 4 ਪੁਆਇੰਟ ਆ ਗਏ। ਇਹ 4 ਪੁਆਇੰਟ ਤੁਸੀਂ ਇਸ ਫੰਕਸ਼ਨ ਦੇ ਵਿੱਚ ਪੁੱਟ ਕਰਕੇ ਇਹਨਾਂ ਨੂੰ ਦੇਖਣਾ ਸੋਲਵ ਕਰਕੇ ਕੀ ਬਣਦਾ। ਜਿਵੇਂ f-3 ਆਪਾਂ ਫਾਈਂਡ ਆਊਟ ਕੀਤਾ, ਉਹਦੀ ਵੈਲਿਊ ਆ ਗਈ -18। f-1 ਕੱਢਿਆ, ਉਹਦੀ ਵੈਲਿਊ ਆਈ 2। f1 ਕੱਢਿਆ, ਇਹਦੀ ਵੈਲਿਊ ਆਈ -2। f3 ਕੱਢਿਆ, ਇਹਦੀ ਵੈਲਿਊ ਆਈ 18। ਸਾਰੀਆਂ ਵੈਲਿਊਜ਼ ਚਾਰੇ ਆਪਾਂ ਟੈਸਟ ਕਰ ਲਈ। ਟੈਸਟ ਕਰਕੇ ਜਿਹੜਾ ਇਹਨਾਂ ਜੋ ਮੈਕਸਿਮਮ ਵੈਲਿਊ ਆ ਉਹ ਆਈ 80। ਦਿਸ ਇਜ਼ ਨੋਨ ਐਜ਼ ਦੀ ਐਬਸੋਲੂਟ ਮੈਕਸਿਮਮ ਵੈਲਿਊ, ਐਬਸੋਲੂਟ ਮੈਕਸਿਮਮ ਵੈਲਿਊ। ਔਰ ਕਿਸ ਪੁਆਇੰਟ ਤੇ ਆਈ ਇਹ 3 ਦੇ ਉੱਪਰ, ਇਹਨੂੰ ਕਹਾਂਗੇ 3 ਇਜ਼ ਦੀ ਐਬਸੋਲੂਟ ਮੈਕਸਿਮਮ। ਜਿਹੜਾ 3 ਆ ਉਹ ਐਬਸੋਲੂਟ ਮੈਕਸਿਮਾ ਬਣੇਗਾ ਆਪਣੇ ਕੋਲੇ। ਇਸੇ ਤਰੀਕੇ ਨਾਲ ਜਿਹੜੀ -18 ਆ ਉਹ ਵੈਲਿਊ ਆਪਣੇ ਕੋਲੇ ਮਿਨੀਮਮ ਵੈਲਿਊ ਬਣੀ, ਇਹਨੂੰ ਕਹਾਂਗੇ ਐਬਸੋਲੂਟ ਮਿਨੀਮਮ ਵੈਲਿਊ। ਔਰ ਜਿਸ ਪੁਆਇੰਟ ਤੇ ਆਈ ਇਹ -3 ਇਜ਼ ਦੀ ਐਬਸੋਲੂਟ ਮਿਨੀਮਮ। ਸੋ ਇਹ ਬੜਾ ਇੰਪੋਰਟੈਂਟ ਰਿਜ਼ਲਟ ਬਣ ਗਿਆ ਜਿਹੜਾ ਕਿ ਤੁਹਾਨੂੰ ਦੱਸ ਰਿਹਾ ਹੈਗਾ ਕਿ ਹਾਊ ਵਿਲ ਯੂ ਫਾਈਂਡ ਐਬਸੋਲੂਟ ਮੈਕਸਿਮਾ ਐਂਡ ਮਿਨੀਮਾ ਐਂਡ ਐਬਸੋਲੂਟ ਮੈਕਸਿਮਮ ਐਂਡ ਮਿਨੀਮਮ ਵੈਲਿਊ। ਸਿਮਿਲਰਲੀ ਹੁਣ ਤੁਸੀਂ ਕੀ ਕਰਨਾ, ਇਸੇ ਤਰੀਕੇ ਦੇ ਨਾਲ ਇਹਨੂੰ ਆਪਾਂ ਹੋਰ ਐਗਜ਼ਾਮਪਲ ਵੀ ਆਪਾਂ ਡਿਸਕਸ ਕਰ ਸਕਦੇ ਹੈਗੇ ਆ ਜਿਹੜੀਆਂ ਕਿ ਇਹਦੇ ਨਾਲ ਰਿਲੇਟਡ ਹੈਗੀਆਂ ਹੈ। ਜਿਵੇਂ ਹੁਣ ਸਪੋਜ਼ ਕਰ ਲਓ ਇੱਕ ਆਪਣੇ ਕੋਲ ਐਗਜ਼ਾਮਪਲ ਹੈ f(x) = 2x³ - 15x² + 36x + 1। ਇੰਟਰਵਲ ਦਿੱਤਾ ਹੋਇਆ 1 to 5। ਫਾਈਂਡ ਐਬਸੋਲੂਟ ਮੈਕਸਿਮਮ ਐਂਡ ਮਿਨੀਮਮ ਵੈਲਿਊ, ਉਹੀ ਐਂਡ ਆਲਸੋ ਫਾਈਂਡ ਐਬਸੋਲੂਟ ਮੈਕਸਿਮਾ ਐਂਡ ਮਿਨੀਮਾ। ਇੱਥੇ ਆਪਾਂ ਇਹ ਲਿਖ ਦਿੰਦੇ ਹਾਂ ਐਬਸੋਲੂਟ ਮੈਕਸਿਮਾ ਐਂਡ ਮਿਨੀਮਾ, ਆਲਸੋ ਫਾਈਂਡ ਐਬਸੋਲੂਟ ਮੈਕਸਿਮਮ ਐਂਡ ਮਿਨੀਮਮ ਵੈਲਿਊਜ਼। ਰੂਲ ਦੇ ਅਕੋਰਡਿੰਗਲੀ ਇਹਦਾ f'(x) ਕੱਢੋ। ਜਦੋਂ ਤੁਸੀਂ f'(x) ਕੱਢਿਆ 2x³ ਦਾ 6x² - 36x + 36। f'(x) ਨੂੰ 0 ਦੇ ਬਰਾਬਰ ਪੁੱਟ ਕਰਕੇ ਇਹਦੇ ਚੋਂ x ਦੀਆਂ ਵੈਲਿਊਜ਼ ਲੈ ਲਈਆਂ। x ਦੀਆਂ ਵੈਲਿਊਜ਼ ਆਈਆਂ ਆਪਣੇ ਕੋਲੇ 2, ਇੱਕ 2 ਇੱਕ 3। ਜਿਹੜੀਆਂ ਦੋ ਵੈਲਿਊਜ਼ ਆਈਆਂ ਇਹਨਾਂ ਨੂੰ ਆਪਾਂ ਦੇਖਣਾ ਕਿ ਇਸ ਇੰਟਰਵਲ 'ਚ ਲਾਈ ਕਰਦੀਆਂ। ਜੇਕਰ ਇਹ ਲਾਈ ਕਰਦੀਆਂ ਐਂਡ ਪੁਆਇੰਟਸ ਤੇ ਇਹ ਵੈਲਿਊਜ਼ ਇਹ ਆਪਾਂ ਲੈ ਲੈਣੀ। ਜਿਵੇਂ ਕਿ ਆਪਾਂ ਆਹ ਦੇਖਿਆ ਹੈਗਾ ਇਸ ਜਗ੍ਹਾ ਦੇ ਉੱਪਰ ਕਿ ਇਹ ਵੈਲਿਊਜ਼ ਆ ਗਈਆਂ x = 1 2 3 5। ਇਹ ਜਿਹੜੀਆਂ ਵੈਲਿਊਜ਼ ਆਪਾਂ ਹੁਣ ਟੈਸਟ ਕਰਾਂਗੇ, ਕਿਸ ਤਰੀਕੇ ਨਾਲ ਟੈਸਟ ਕਰਾਂਗੇ, ਹਾਊ ਵਿਲ ਯੂ ਟੈਸਟ ਥੀਸ ਵੈਲਿਊਜ਼ ਫਰੋਮ ਦੀ ਗਿਵਨ ਫੰਕਸ਼ਨ। ਇਹਨੂੰ ਗਿਵਨ ਫੰਕਸ਼ਨ 'ਚ ਪੁੱਟ ਕਰ ਦਿਆਂਗੇ ਜੋ ਫੰਕਸ਼ਨ ਆਪਾਂ ਨੂੰ ਦਿੱਤਾ ਸੀ f(x), f1 f2 f3 f5। ਥੀਸ ਆਰ ਦੀ 4 ਵੈਲਿਊਜ਼। ਇਹ 4 ਵੈਲਿਊਜ਼ ਆਪਾਂ ਉਹਦੇ 'ਚ ਪੁੱਟ ਕਰਕੇ ਜੋ ਆਪਾਂ ਓਬਟੇਨ ਕੀਤਾ ਇਹ ਆਪਣੇ ਕੋਲੇ 4 ਵੈਲਿਊਜ਼ ਓਬਟੇਨ ਹੋ ਗਈਆਂ, f1 ਦੀ f2 ਦੀ f3 ਦੀ f5 ਦੀ। ਇਹਨਾਂ ਨੂੰ ਤੁਸੀਂ ਚਾਰਾਂ ਨੂੰ ਦੇਖਣਾ ਔਰ ਇਹ ਦੇਖਣਾ ਇਹਨਾਂ 'ਚੋਂ ਮੈਕਸਿਮਮ ਕਿਹੜੀ ਆ। ਐਬਸੋਲੂਟ ਮੈਕਸਿਮਮ ਵੈਲਿਊ ਹੋਏਗੀ ਜਿਹੜੀ ਕਿ ਮੈਕਸਿਮਮ ਵੈਲਿਊ ਹੋਏਗੀ ਉਹ ਹੋਏਗੀ ਆਪਣੇ ਕੋਲੇ 56। ਔਰ ਜਿਸ ਪੁਆਇੰਟ ਦੇ ਉੱਤੇ ਆਈ, ਕਿਹੜੇ ਪੁਆਇੰਟ ਤੇ ਆਈ ਇਹ 5 ਤੇ, ਇਹ ਆਈ ਐਬਸੋਲੂਟ ਮੈਕਸਿਮਮ। ਔਰ ਜਿਹੜੀ ਸਮੋਲੈਸਟ ਵੈਲਿਊ ਆ ਕਿੰਨੀ ਆ 24। ਔਰ ਉਹ ਕਿਹੜੇ ਪੁਆਇੰਟ ਦੇ ਉੱਤੇ ਆਈ 1 ਤੇ ਐਬਸੋਲੂਟ ਮਿਨੀਮਮ ਕਿੰਨਾ ਹੋ ਗਿਆ 1। ਸੋ ਅਕੋਰਡਿੰਗ ਟੂ ਦੀ ਰੂਲ ਫਸਟ ਆਫ ਆਲ ਯੂ ਹੈਵ ਟੂ ਫਾਈਂਡ f'(x), ਪੁੱਟ them equal to 0, then find the values of x, take only those values which lies in the given intervals and also take the end point of the intervals and putting those values in the given function, then find the absolute maximum value, absolute minimum value, absolute maxima, absolute minimum. So according to the rule ਇਹ ਆਪਣੇ ਕੋਲ ਇੱਕ ਐਗਜ਼ਾਮਪਲ ਡਿਸਕਸ ਹੋਈ ਆ। ਹੁਣ ਉਸ ਤੋਂ ਅਗਲੀ ਐਗਜ਼ਾਮਪਲ ਜੋ ਟ੍ਰਿਗਨੋਮੈਟਰੀ ਨਾਲ ਰਿਲੇਟਡ ਆ, f(x) = cos² x + sin x, ਇੰਟਰਵਲ 0 to π। ਉਸੇ ਤਰੀਕੇ ਨਾਲ ਮੈਕਸਿਮਮ ਤੇ ਮਿਨੀਮਮ ਵੈਲਿਊਜ਼ ਆਪਾਂ ਨੂੰ ਇਕੱਲੀਆਂ ਪੁੱਛਣੀਆਂ ਜਾ ਸਕਦੀਆਂ, ਕਈ ਵਾਰੀ ਪੁਆਇੰਟ ਵੀ ਪੁੱਛੇ ਜਾ ਸਕਦੇ ਆ। ਇਹਦੇ 'ਚ ਪੁੱਛਿਆ ਫਾਈਂਡ ਮੈਕਸਿਮਮ ਐਂਡ ਮਿਨੀਮਮ ਵੈਲਿਊਜ਼। ਯੂ ਹੈਵ ਟੂ ਫਾਈਂਡ ਓਨਲੀ ਐਬਸੋਲੂਟ ਮੈਕਸਿਮਮ ਐਂਡ ਮਿਨੀਮਮ ਵੈਲਿਊਜ਼। ਜੇਕਰ ਨਾ ਵੀ ਲਿਖਿਆ ਹੋਵੇ ਤਾਂ ਆਪਾਂ
इदां लिख सकते हैं एब्सोल्यूट मैक्सिमम। जेकर स्पैसीफिकली लिखिया होवे लोकल तो फिर डबल डेरीवेटिव कढ़ना पैंदा, वो अगे जाके आपां डिस्कस करते हैं। एफ एक्स इज इक्वल टू कॉस स्क्वायर एक्स प्लस साइन एक्स इंटरवल 0 to पाई। एफ डैश एक्स फाइंड आउट कर लिया 2 cos एक्स माइनस साइन एक्स का डेरीवेटिव cos एक्स। ये जो की कॉमन निकल गया cos एक्स। अकॉर्डिंग टू द रूल पुट एफ डैश एक्स इक्वल टू 0, दैट इंप्लाइज cos एक्स इक्वल टू 0। ठीक है, इनू आपां जेकर 0 के बराबर पुट करांगे इस जगह के उपर तो आइदर और दी कंडीशन लगावांगे एफ डैश एक्स इक्वल टू 0, आइदर cos एक्स इक्वल टू 0 और -2 sin एक्स प्लस 1 इक्वल टू 0। cos एक्स 0 कदों होंदा जो एक्स पाई बाई 2 होवे। देखना आपां एक्स इस इंटरवल दे विच लाई करदा होना चाहिए। ठीक है, एक्स की वैल्यू पाई बाई 6 भी हो सकती है, 5 पाई बाई 6 भी हो सकती है, क्योंकि यदा मतलब 150 है और ये हैगा 0 to 180। इस करके आपां एक्स दी जिहड़ियां वैल्यूज़ आ इक्वेशन के अकॉर्डिंगली जे साइन एक्स 1/2 आ तो एक्स की वैल्यू पाई बाई 6 तो 5 पाई बाई 6 लिख ली। हुण ये चार वैल्यूज़ जिहड़ियां है ये 0 ते पाई दे विच लाई करदियां हैगियां। एंड पॉइंट भी लैने आपां। ठीक है, इन्हां दियां जिहड़ियां वैल्यूज़ हैगियां वो भी आपां देखणियां हैगियां। ठीक है, तो इत्थे अपने कोले जिहड़ियां वैल्यूज़ आउणगियां अपने को वो की आ जाएगी अपने को। इत्थे आपां 0 to पाई लिखिया तो इस जगह ते पहला मैं इत्थे पाई लिखांगा, दिस वन इज पाई। एफ 0 कढोगे, एफ पाई बाई 6 कढोगे, एफ 5 पाई बाई 6 कढोगे तो एफ पाई कढो। जिहड़ियां वैल्यूज़ आ जाणगियां तुहाडे कोले, ये जिहड़ियां वैल्यूज़ आ गईयां अपने कोले 1 5/4 1.6 एंड देन दिस इज इक्वल टू 1 बिकॉज cos पाई की वैल्यू -1 होंदी है, -1 का स्क्वायर 1 आ जाएगा। सो इन्हां दे चों जिहड़ियां वैल्यूज़ आपां देखांगे मैक्सीमम किहड़ी है तो मिनीमम किहड़ी है, क्योंकि देखो 5 पाई बाई 4 5/4 भी हैगी आ, 1 भी हैगी है, 1 2 वारी अकर किया हुआ, पर पूछा की गया हैगा फाइंड मैक्सीमम एंड मिनीमम वैल्यू। जिहड़ी इहनां चों मैक्सीमम वैल्यू आ वो आपां लिख दिंनी है 5/4 दैट इज मैक्सीमम वैल्यू, तो मिनीमम वैल्यू कितनी आ गई अपने को 1। ये भी हो सकती है, ये भी हो सकती है। ठीक है ना, क्योंकि पूछी यही गई है कि मिनीमम तो मैक्सीमम वैल्यू करनी हैगी। आपां मैक्सीमम तो मिनीमम वैल्यू पूछ सकते हैं, एब्सोल्यूट मैक्सीमम एब्सोल्यूट मिनीमम वैल्यू पूछ सकते हैं, एब्सोल्यूट मैक्सीमा एब्सोल्यूट मिनीमम पूछ सकते हैं। सो ये अपने को एक ट्रिग्नोमैट्री की प्रॉब्लम सी। जेकर आपां एक होर अलजबरिक फंक्शन देखिए जिहदे च पावर जिहड़ी हैगी आ फ्रैक्शन दे विच होवे, ਉਹਦੇ 'ਚ ਇੱਕ फंक्शन दिता हुआ अपने को एफ एक्स 12x की पावर 4/3 -6x की पावर 1/3। उदा ही एफ डैश एक्स कढ़िया, एफ डैश एक्स में जो आप सॉल्व किया उन्होंने कि आउटपुट करना आप 0 के बराबर, 0 के बराबर पुट किया तो एक्स की वैल्यू तो को 1/8 आ। ये -1 तो 1 के लाई करती है। हुण देखो पॉइंट आप किहड़े टैसट करने हैं, फिर -1 टैसट करांगे, 1/8 टैसट करांगे तो 1। ये तिन्ने वैल्यूज़ तुसीं इहदे च पुट करके देख लेना हैगा कि किहड़ी वैल्यूज़ मैक्सीमम बनती है, किहड़ी वैल्यू मिनीमम बनती है। जिहड़ी वैल्यू मैक्सीमम बन गई वो एब्सोल्यूट मैक्सीमम होएगी, क्योंकि मैं इहदे च एब्सोल्यूट मैक्सीमम ते मिनीमम वैल्यू जिहड़ी हैगी आ वो फाइंड आउट करवाउणी चाहुंदा है। सो एब्सोल्यूट मैक्सीमम ते मिनीमम वैल्यू एंड आल्सो एब्सोल्यूट मैक्सीमा एंड मिनीमम, ये जी वैल्यूज़ आ वो फाइंड आउट हो जाएगी। पर होएगी किदां, जेकर ये वैल्यूज़ आपां इहदे च पुट करांगे। सो ट्राई योर सैल्फ। ये क्वेश्चन एब्सोल्यूट मैक्सीमम ते एब्सोल्यूट मिनीमम, एब्सोल्यूट मैक्सीमा ते एब्सोल्यूट मिनीमा, ये तुसीं इहदे चों फाइंड आउट कर सकते हैगे। कंसैप्ट सी रिगार्डिंग एब्सोल्यूट दे बारे। जेकर हुण आपां लोकल के उपर आ जाइए, लोकल मैक्सीमा एंड लोकल मिनीमा, इहदा रूल की हैगा। रूल फॉर लोकल मैक्सीमा एंड मिनीमा, इट इज़ वेरी इंपॉर्टेंट पार्ट। जस्ट कि जिद्दां आपां लोक एब्सोल्यूट किया उस तरीके नाल लोकल करना, पर इहदे च एक अपने कोले
ਡਬਲ ਡੈਰੀਵੇਟਿਵ ਦਾ ਕਨਸੈਪਟ ਆਏਗਾ। ਰੂਲ ਦੇ ਅਕੋਰਡਿੰਗਲੀ ਜਿਓਮੈਟ੍ਰੀਕਲੀ ਇਹਨੂੰ ਆਪਾਂ ਦੇਖਿਆ ਜਾਵੇ ਤਾਂ ਉਹ ਆਪਾਂ ਨੂੰ ਕਰਵਸ ਬਣਾਉਣੀਆਂ ਪੈਣਗੀਆਂ, ਬਟ ਸਿੰਪਲੀ ਜੇਕਰ ਆਪਾਂ ਕੁਐਸਚਨ ਸੋਲਵ ਕਰ ਰਹੇ ਹਾਂ ਤਾਂ y ਦੀ ਇਕੁਅਲ ਟੂ fx ਲਿਖੋ। ਮੋਸਟ ਪ੍ਰੋਬੇਬਲੀ ਇਹਦੇ 'ਚ ਇੰਟਰਵਲਸ ਨਹੀਂ ਦਿੱਤਾ ਹੋਇਆ ਹੁੰਦਾ, ਜਿਹੜਾ ਇੰਟਰਵਲ ਆ ਉਹ ਆਪਣੇ ਕੋਲੇ ਨਹੀਂ ਦਿੱਤਾ ਹੋਇਆ ਹੁੰਦਾ, ਸਿੱਧਾ ਫੰਕਸ਼ਨ ਦਿੱਤਾ ਹੋਇਆ ਹੁੰਦਾ। ਜੇਕਰ ਦਿੱਤਾ ਹੋਇਆ ਹੋਵੇ ਤਾਂ ਉਹ ਐਂਡ ਪੁਆਇੰਟ ਯੂਜ਼ ਨਹੀਂ ਕਰਨਾ, ਸਿਰਫ ਆਪਾਂ ਵੈਲਿਊਜ਼ ਲੈਣੀਆਂ ਜਿਹੜੀਆਂ ਕਿ ਉਹਨਾਂ ਦੇ ਵਿੱਚ ਲਾਈ ਕਰਦੀਆਂ। dy/dx ਲਓ, ਉਹਨੂੰ 0 ਦੇ ਬਰਾਬਰ ਪੁੱਟ ਕਰੋ, ਉਹਦੇ 'ਚੋਂ x ਦੀਆਂ ਵੈਲਿਊਜ਼ ਕੱਢੋ, ਜੋ x ਦੀਆਂ ਵੈਲਿਊਜ਼ ਆ ਜਾਣਗੀਆਂ ਉਹ ਰੱਖ ਲਓ। ਫਿਰ ਤੁਸੀਂ ਗਿਵਨ ਫੰਕਸ਼ਨ ਦਾ ਡਬਲ ਡੈਰੀਵੇਟਿਵ ਫਾਈਂਡ ਆਊਟ ਕਰਨਾ। ਜਦੋਂ ਤੁਸੀਂ ਡਬਲ ਡੈਰੀਵੇਟਿਵ ਫਾਈਂਡ ਆਊਟ ਕਰੋਗੇ ਤਾਂ ਫਿਰ ਤੁਸੀਂ ਆਹ ਵੈਲਿਊਜ਼ ਇਹਦੇ 'ਚ ਯੂਜ਼ ਕਰਨੀਆਂ। ਜਿਵੇਂ ਇਹਨੂੰ ਮੈਂ ਸਾਰਿਆਂ ਨੂੰ ਐਲਫਾ ਹੀ ਲਿਖ ਲਿਆ, ਜੋ ਆਹ ਸਾਰੀਆਂ ਵੈਲਿਊਜ਼ ਹੈਗੀਆਂ α1 α2 α3, ਟੇਕ ਦੈਮ alpha i ਵੇਰੀ ਫਰੋਮ 1 to n। ਜਦੋਂ ਡਬਲ ਡੈਰੀਵੇਟਿਵ ਵਿੱਚ ਪੁੱਟ ਕਰਾਂਗੇ ਆਪਾਂ, ਜੇਕਰ ਡਬਲ ਡੈਰੀਵੇਟਿਵ ਨੈਗੇਟਿਵ ਆ ਗਿਆ ਦੈਨ ਦਿਸ ਪੁਆਇੰਟ, ਇਹ ਜਿਹੜਾ ਡਬਲ ਡੈਰੀਵੇਟਿਵ ਇਜ਼ ਨੈਗੇਟਿਵ, ਇਟ ਇਜ਼ ਵੈਰੀ ਇੰਪੋਰਟੈਂਟ ਥਿੰਗ। ਡਬਲ ਡੈਰੀਵੇਟਿਵ ਇਜ਼ ਨੈਗੇਟਿਵ ਦੈਨ x ਇਜ਼ ਇਕੁਅਲ ਟੂ ਐਲਫਾ ਇਜ਼ ਪੁਆਇੰਟ ਆਫ ਲੋਕਲ ਮੈਕਸੀਮਾ। ਇਹ ਮੈਕਸੀਮਾ ਹੋਏਗਾ x ਇਜ਼ ਇਕੁਅਲ ਟੂ ਐਲਫਾ, ਡਬਲ ਡੈਰੀਵੇਟਿਵ ਨੈਗੇਟਿਵ ਆ ਤੇ ਉਹ ਪੁਆਇੰਟ ਨੂੰ ਚੱਕ ਕੇ ਗਿਵਨ ਫੰਕਸ਼ਨ 'ਚ ਪੁੱਟ ਕਰ ਦਿਓ f ਐਲਫਾ i, ਉਹ ਆ ਜਾਏਗਾ ਲੋਕਲ ਮੈਕਸੀਮਮ ਵੈਲਿਊ, ਬਿਕੋਜ਼ ਇਟ ਇਜ਼ ਲੋਕਲ ਮੈਕਸੀਮਾ ਪੁਆਇੰਟ ਤੇ ਜਿਹੜੀ ਵੈਲਿਊ ਆ ਲੋਕਲ ਮੈਕਸੀਮਮ ਵੈਲਿਊ। ਜੇਕਰ ਡਬਲ ਡੈਰੀਵੇਟਿਵ ਪੋਜ਼ਿਟਿਵ ਆ ਜਾਵੇ ਤਾਂ ਤੁਹਾਡੇ ਕੋਲੇ ਕੀ ਹੋਏਗਾ, x ਇਜ਼ ਇਕੁਅਲ ਟੂ ਐਲਫਾ ਇਜ਼ ਪੁਆਇੰਟ ਆਫ ਲੋਕਲ ਮਿਨੀਮਾ, x ਇਜ਼ ਇਕੁਅਲ ਟੂ ਐਲਫਾ i ਇਜ਼ ਅ ਪੁਆਇੰਟ ਆਫ ਲੋਕਲ ਮਿਨੀਮਾ ਤੇ f ਐਲਫਾ i ਇਜ਼ ਦੀ ਲੋਕਲ ਮਿਨੀਮਮ ਵੈਲਿਊ। ਸੋ ਇਹਦੇ 'ਚ ਐਡੀਸ਼ਨਲ ਚੀਜ਼ ਕੀ ਆ, ਡਬਲ ਡੈਰੀਵੇਟਿਵ ਫਾਈਂਡ ਆਊਟ ਕਰਨਾ ਪੈਂਦਾ। ਕਨਕੇਵ ਅਪਵਰਡ ਤੇ ਕਨਕੇਵ ਡਾਊਨਵਰਡ ਦਾ ਕਨਸੈਪਟ ਹੁੰਦਾ, ਜਿਹਦੀ ਹੈਲਪ ਦੇ ਨਾਲ ਆਪਾਂ ਇਹ ਲਿਖ ਸਕਦੇ ਹੈਗੇ ਆ ਫਾਰ ਕਨਕੇਵ ਡਾਊਨਵਰਡ, ਜਿੱਦਾਂ ਆਪਾਂ ਕਹਿ ਦਈਏ ਦਿਸ ਵਨ ਕਨਕੇਵ ਡਾਊਨਵਰਡ, ਉਹਦੇ ਵਾਸਤੇ ਜਿਹੜੀ ਇਹ ਵੈਲਿਊ ਆ ਮੈਕਸਿਮਮ ਹੋਏਗੀ, ਪਰ ਡਬਲ ਡੈਰੀਵੇਟਿਵ ਨੈਗੇਟਿਵ ਹੁੰਦਾ, ਡਬਲ ਡੈਰੀਵੇਟਿਵ ਨੈਗੇਟਿਵ ਹੁੰਦਾ। ਜੇਕਰ ਆਪਾਂ ਇਸ ਤਰੀਕੇ ਨਾਲ ਦੇਖੀਏ ਕਨਕੇਵ ਅਪਵਰਡ ਤਾਂ ਇਹ ਮਿਨੀਮਮ ਵੈਲਿਊ ਹੁੰਦੀ ਆ, ਜਿਹੜੀ ਵੈਲਿਊ ਹੁੰਦੀ ਆ, ਆਹ ਵਾਲਾ ਟਿਪ ਜਿਹੜਾ ਹੈ ਇਹ ਮਿਨੀਮਮ 'ਚ ਕਾਊਂਟ ਹੁੰਦਾ, ਆਹ ਮੈਕਸੀਮਮ ਦੇ ਵਿੱਚ ਕਾਊਂਟ ਹੁੰਦਾ। ਡਬਲ ਡੈਰੀਵੇਟਿਵ ਜੇਕਰ ਜਸਟ ਤੁਸੀਂ ਇਮੇਜਿਨ ਕਰਨਾ ਹੈਗਾ ਕਿ ਕਨਕੇਵ ਅਪਵਰਡ ਤੇ ਕਨਕੇਵ ਡਾਊਨਵਰਡ, ਬਟ ਜੇਕਰ ਰਿਮੈਂਬਰ ਰੱਖਣਾ, ਸਿੰਪਲ ਯਾਦ ਰੱਖਣਾ, ਦੈਟ ਇਜ਼ ਡਬਲ ਡੈਰੀਵੇਟਿਵ ਇਜ਼ ਪੋਜ਼ਿਟਿਵ then x is equal to alpha is point of local minima, f alpha is the local minimum value. Double derivative ਤੁਸੀਂ find out ਕਰਨਾ, that is very important thing. For example, fx x cube minus 6x square plus 9x plus 15, f dash x find out ਕੀਤਾ। f dash x ਨੂੰ ਤੁਸੀਂ 0 ਦੇ ਬਰਾਬਰ ਪੁੱਟ ਕਰ ਲਿਆ। ਜਦੋਂ 0 ਦੇ ਬਰਾਬਰ ਪੁੱਟ ਕਰ ਲਿਆ, ਇਕੁਏਸ਼ਨ ਬਣ ਗਈ। ਉਹਦੇ ਚੋਂ ਤੁਸੀਂ ਕੀ ਕਰਨਾ, x ਦੀਆਂ ਵੈਲਿਊਜ਼ ਫਾਈਂਡ ਆਊਟ ਕਰ ਲੈਣੀ। ਕੋਈ ਇੰਟਰਵਲ ਨਹੀਂ ਹੈ, x ਦੀ ਵੈਲਿਊ 3 ਤੇ x ਦੀ ਵੈਲਿਊ 1 ਆ ਗਈ। ਜਦੋਂ ਕੋਈ ਪੁਆਇੰਟ ਆਪਣੇ ਕੋਲੇ ਇੰਟਰਵਲ ਨਹੀਂ ਹੈਗਾ ਤਾਂ ਫਿਰ ਉਹ ਇੰਟਰਵਲ ਦੇ ਐਂਡ ਪੁਆਇੰਟ ਯੂਜ਼ ਵੀ ਨਹੀਂ ਕਰਨੇ, ਉਹ ਕਰਨੇ ਵੀ ਐਬਸੋਲੂਟ ਦੇ ਵਿੱਚ ਹੀ ਹੈ। ਹੁਣ ਆਪਾਂ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰਨਾ f ਡੈਸ਼ x ਦਾ, 6x minus 12। ਹੁਣ ਇਹ ਵੈਲਿਊਜ਼ ਆਪਾਂ ਇਹਦੇ 'ਚ ਪੁੱਟ ਕਰਕੇ ਦੇਖਣੀ ਕਿ ਕੀ ਇਹ ਵੈਲਿਊਜ਼ ਜਿਹੜੀਆਂ ਹੈ ਇਸ ਨੂੰ ਜਦੋਂ ਪੁੱਟ ਕਰਾਂਗੇ ਆਪਣੇ ਕੋਲੇ ਕੀ ਐਗਜ਼ਿਸਟੈਂਸ ਹੁੰਦੀ ਹੈ। ਜਦੋਂ ਆਪਾਂ ਪੁੱਟ ਕੀਤਾ f ਡਬਲ ਡੈਸ਼ x, f ਡਬਲ ਡੈਸ਼ 3, ਉਹ 6 ਆਇਆ ਪੋਜ਼ਿਟਿਵ। ਜਦੋਂ ਡਬਲ ਡੈਰੀਵੇਟਿਵ ਪੋਜ਼ਿਟਿਵ ਹੋ ਗਿਆ ਤਾਂ ਉਹ ਪੁਆਇੰਟ ਜਿਹੜਾ ਹੈ ਆਟੋਮੈਟਿਕਲੀ 3 ਇਜ਼ ਅ ਪੁਆਇੰਟ ਆਫ ਲੋਕਲ ਮਿਨੀਮਾ, ਲੋਕਲ ਮਿਨੀਮਾ ਬਣ ਜਾਏਗਾ। ਔਰ ਇਹ ਵੈਲਿਊ ਤੁਸੀਂ ਗਿਵਨ ਫੰਕਸ਼ਨ 'ਚ ਪੁੱਟ ਕਰ ਦਿਓ ਐਸ ਦੇ ਵਿੱਚ ਤਾਂ ਲੋਕਲ ਮਿਨੀਮਮ ਵੈਲਿਊ ਆ ਜਾਏਗੀ, ਇਟ ਬਿਕਮ ਲੋਕਲ ਮਿਨੀਮਮ ਵੈਲਿਊ। ਹੁਣ f ਡਬਲ ਡੈਸ਼ 1 ਇਹ ਪੁਆਇੰਟ ਕੱਢ ਕੇ ਦੇਖਿਆ, ਜਦੋਂ f ਡਬਲ ਡੈਸ਼ 1 ਕੱਢਿਆ ਤਾਂ -6 ਆ ਗਿਆ। -6 that is negative, 1 is a point of local what, because it is negative, local maxima। ਜਿਹੜਾ ਇਹ ਪੁਆਇੰਟ ਹੈਗਾ 1, ਇਹ ਆਪਣੇ ਕੋਲੇ ਲੋਕਲ ਮੈਕਸੀਮਾ ਆ ਜਾਏਗਾ। ਜਦੋਂ ਤੁਸੀਂ ਇਹਨੂੰ ਵੈਲਿਊਜ਼ ਨੂੰ ਫਾਈਂਡ ਆਊਟ ਕਰੋਗੇ ਤਾਂ 1 ਪੁਆਇੰਟ ਆਏਗਾ, ਨੈਗੇਟਿਵ ਆ ਜਾਏਗਾ, 1 ਇਜ਼ ਦੀ ਪੁਆਇੰਟ ਆਫ ਲੋਕਲ ਮੈਕਸੀਮਾ। ਠੀਕ ਹੈ, ਜਦੋਂ f ਡਬਲ ਡੈਸ਼ 1 ਆਊਟ ਫਾਈਂਡ ਆਊਟ ਕੀਤਾ ਤਾਂ ਉਹ ਜਿਹੜਾ 1 ਆ ਉਹ ਗਿਵਨ ਫੰਕਸ਼ਨ ਜਿਹੜਾ ਹੈ ਤੁਹਾਡਾ ਇਹ ਵਾਲਾ ਇਹਦੇ 'ਚ ਪੁੱਟ ਕਰ ਦੇਣਾ। ਜਦੋਂ ਤੁਸੀਂ ਇਹਦੇ 'ਚ ਪੁੱਟ ਕੀਤਾ ਤਾਂ ਤੁਸੀਂ ਦੇਖੋਗੇ ਕਿ ਇਹ ਜਿਹੜੀ ਵੈਲਿਊ ਆ ਗਈ 19 ਆ ਗਈ, ਜਿਹੜੀ ਇਹਦੀ ਵੈਲਿਊ ਆ ਇਹ ਪੋਜ਼ਿਟਿਵ ਆ ਗਈ। ਜਦੋਂ ਕੋਈ ਵੀ ਚੀਜ਼ ਤੁਹਾਡੇ ਕੋਲੇ
ਪੋਜ਼ਿਟਿਵ ਆ ਜਾਂਦੀ ਹੈਗੀ ਆ ਤਾਂ ਉਹ ਆਪਣੇ ਕੋਲੇ ਆਟੋਮੈਟਿਕਲੀ ਉਹ ਪੁਆਇੰਟ ਲੋਕਲ ਮਿਨੀਮਮ ਬਣ ਜਾਏਗਾ ਤੇ ਇਹਦੀ ਜਿਹੜੀ ਵੈਲਿਊ ਹੈਗੀ ਆ ਆਪਣੇ ਕਿਉਂਕਿ ਇਹ ਨੈਗੇਟਿਵ ਬਣ ਗਿਆ 1 ਇਜ਼ ਦ ਪੁਆਇੰਟ ਆਫ ਲੋਕਲ ਮੈਕਸਿਮਾ ਠੀਕ ਹੈ ਜਦੋਂ ਨੈਗੇਟਿਵ ਆ ਗਿਆ ਤੇ ਜਿਹੜੀ ਵੈਲਿਊ ਆ F1 ਉਹ ਸਟਾਰਟਿੰਗ ਪੁੱਟ ਕਰ ਲੈਣੀ ਇੱਥੇ ਉਹ ਆਪਣੇ ਕੋਲੇ ਜਿਹੜੀ ਵੈਲਿਊ ਆ ਜਾਏਗੀ ਲੋਕਲ ਮੈਕਸਿਮਮ ਵੈਲਿਊ ਆ ਜਾਏਗੀ ਕਿਉਂਕਿ ਇਸ ਵਾਸਤੇ ਡਬਲ ਡੈਰੀਵੇਟਿਵ ਨੈਗੇਟਿਵ ਸੀ। ਸੋ ਮੈਂ ਰਿਪੀਟ ਕਰਨੀ ਚਾਹੁੰਦਾ ਕਿ ਜਦੋਂ ਵੀ ਤੁਸੀਂ ਫਾਈਂਡ ਆਊਟ ਕਰਨਾ ਹੈਗਾ ਲੋਕਲ ਮੈਕਸਿਮਾ ਅਤੇ ਲੋਕਲ ਮਿਨੀਮਾ ਤੁਸੀਂ ਫਾਈਂਡ ਆਊਟ ਕਰਨਾ ਫਸਟ ਆਰਡਰ ਡੈਰੀਵੇਟਿਵ ਦੈਨ ਪੁੱਟ them equal to 0 after that find d2y over dx then find d2y over dx at the points which are find out in step 2 then find double derivative at those point if it is negative double derivative is negative then this point is local maxima if double derivative is positive point of local minimum ਇਹਦੇ ਅਕੋਰਡਿੰਗਲੀ ਇਹ ਪੁਆਇੰਟਸ ਨੂੰ ਪੁੱਟ ਕਰਕੇ ਲੋਕਲ ਮੈਕਸਿਮਮ ਤੇ ਲੋਕਲ ਮਿਨੀਮਮ ਵੈਲਿਊਜ਼ ਫਾਈਂਡ ਆਊਟ ਕੀਤੀ ਜਾ ਸਕਦੀ ਹੈਗੀ ਆ ਜਿਹੜਾ ਕਿ ਆਪਾਂ ਕੁਐਸਚਨ ਦੇ ਵਿੱਚ ਡਿਸਕਸ ਕੀਤਾ ਹੈ। ਹੁਣ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ ਜੋ ਟ੍ਰਿਗਨੋਮੈਟਰੀ ਨਾਲ ਰਿਲੇਟਡ ਹੈ। ਟ੍ਰਿਗਨੋਮੈਟਰੀ ਦੇ ਵਿੱਚ ਕਿਉਂਕਿ x ਦੀਆਂ ਵੈਲਿਊਜ਼ ਕਾਫੀ ਜ਼ਿਆਦਾ ਹੋ ਜਾਂਦੀਆਂ ਜਿਵੇਂ sin x 0 ਹੋਵੇ x ਦੀਆਂ ਵੈਲਿਊਜ਼ ਕਾਫੀ ਹੋ ਜਾਂਦੀਆਂ ਇਸ ਕਰਕੇ ਉਹਨਾਂ ਨੂੰ ਬਾਉਂਡ ਕਰਨ ਵਾਸਤੇ ਇੰਟਰਵਲ ਦੇ ਵੀ ਸਕਦੇ ਆ ਜਿਵੇਂ fx ਆਪਣੇ ਕੋਲੇ ਹੈ sin x plus cos x find local maximum and local minimum value if any and also find that point interval ਜਿਹੜਾ ਹੈ ਇਹਨਾਂ ਨੇ ਦਿੱਤਾ ਹੋਇਆ ਹੈਗਾ 0 to π/2 ਇਹਦਾ ਮਤਲਬ ਕੀ ਆ ਕਿਉਂਕਿ ਇਹ ਟ੍ਰਿਗਨੋਮੈਟਰੀ ਹੈ ਇਹਦੇ 'ਚ ਵੈਲਿਊਜ਼ ਵੱਧ ਸਕਦੀਆਂ ਇਸ ਕਰਕੇ ਇਹਨੂੰ ਲਿਮਿਟ ਕਰਤਾ ਪਰ ਇਹ 'ਚ ਐਂਡ ਪੁਆਇੰਟ ਨਹੀਂ ਯੂਜ਼ ਹੋਣਗੇ ਐਂਡ ਪੁਆਇੰਟ ਯੂਜ਼ ਨਹੀਂ ਹੋਣਗੇ ਕੀ ਕਰਾਂਗੇ f'(x) ਨਾਲ ਆ ਗਿਆ sin x ਦਾ cos x ਦਾ minus sin x and put them equal to 0 ਜਦੋਂ 0 ਪੁੱਟ ਕੀਤਾ cos x is equal to sin x dividing both side by cos x 1 is equal to tangent x is equal to 1 x is equal to π/4 ਤਾਂ ਇਹਦੀ ਇੱਕੋ ਹੀ ਵੈਲਿਊ ਆਈ ਕਿਉਂ ਵੈਲਿਊ ਤਾਂ ਜ਼ਿਆਦਾ ਆ ਸਕਦੀਆਂ ਸੀ ਪਰ ਬਾਉਂਡ ਕੀਤਾ ਹੋਇਆ 0 to π/2 ਵਿੱਚ ਲੈਣੀ ਆਪਾਂ ਵੈਲਿਊ ਸੋ ਓਨਲੀ ਵਨ ਕ੍ਰਿਟੀਕਲ ਵੈਲਿਊ f'(x) ਕੱਢ ਕੇ ਦੇਖ ਲੈਣਾ ਕੀ ਇਹ ਇੰਡੀਕੇਟ ਕਰਦੀ ਹੈ ਕਿ ਪੁਆਇੰਟ ਲੋਕਲ ਮੈਕਸਿਮਮ ਨੂੰ ਜਾਏਗਾ ਕਿ ਮਿਨੀਮਮ ਨੂੰ ਜਾਏਗਾ f'(x) ਆਪਾਂ ਵੈਲਿਊ cos x ਦਾ minus sin x ਦਾ minus cos x ਜਦੋਂ ਵੈਲਿਊ ਪੁੱਟ ਕੀਤੀ π/4 ਤਾਂ ਕੀ ਆ ਗਿਆ ਨੈਗੇਟਿਵ ਵੈਲਿਊ ਨੈਗੇਟਿਵ ਆਉਣ ਦੇ ਨਾਲ f'(π/4 π/4 is a point of local maxima because it is negative ਤੋ ਲੋਕਲ ਜਿਹੜੀ ਮੈਕਸਿਮਮ ਵੈਲਿਊ ਆ ਉਹ ਤੁਸੀਂ ਇਸ ਦੇ ਵਿੱਚੋਂ ਕੱਢ ਸਕਦੇ ਹਾਂ sin x plus cos x ਦੇ ਵਿੱਚ ਪੁੱਟ ਕਰਕੇ sin x plus cos x ਦੇ ਵਿੱਚ ਪੁੱਟ ਕੀਤੀ f'(π/4 ਦੀ ਵੈਲਿਊ ਤੁਹਾਡੇ ਕੋਲੇ 1/√2 1/√2 ਦੈਟ ਇਜ਼ √2 ਇਹ ਕਿਉਂਕਿ ਇੱਕ ਕ੍ਰਿਟੀਕਲ ਵੈਲਿਊ ਸੀ ਇਹਦੀ ਵੈਲਿਊ ਆ ਗਈ ਲੋਕਲ ਮੈਕਸਿਮਮ ਵੈਲਿਊ ਐਟ ਦੀ ਪੁਆਇੰਟ x = π/4 ਸਿਮਿਲਰਲੀ ਇੱਕ ਆਪਾਂ ਐਗਜ਼ਾਮਪਲ ਹੋਰ ਡਿਸਕਸ ਕਰਦੇ ਹਾਂ f(x) = sin ਦੀ ਪਾਵਰ 4x plus cos ਦੀ ਪਾਵਰ 4x ਇਹਦੇ ਵਿੱਚ ਵੀ ਆਪਾਂ ਲੋਕਲ ਮੈਕਸਿਮਮ ਤੇ ਲੋਕਲ ਮਿਨੀਮਮ ਬਾਰੇ ਹੀ ਡਿਸਕਸ ਕਰਨਾ ਹੈ ਤਾਂ ਉਹਦੇ ਵਾਸਤੇ ਇੰਟਰਵਲ ਫਿਰ ਦਿੱਤਾ ਹੋਇਆ ਇਹਦੇ 'ਚ 0 to π/2 ਟ੍ਰਿਗਨੋਮੈਟਰੀ ਹੈ ਵੈਸੇ ਟ੍ਰਿਗਨੋਮੈਟਰੀ ਦੇ ਵਿੱਚ ਵੈਲਿਊਜ਼ ਜ਼ਿਆਦਾ ਹੋ ਜਾਂਦੀਆਂ ਕਰਕੇ ਥੋੜ੍ਹਾ ਜਿਹਾ ਬਾਉਂਡ ਕਰਨ ਵਾਸਤੇ ਦਿੱਤੇ ਆ ਬਟ ਫਿਰ ਉਹੀ ਗੱਲ ਹੈ ਐਂਡ ਪੁਆਇੰਟ ਨਹੀਂ ਆਪਾਂ ਲਵਾਂਗੇ ਇਹਦਾ sin ਦੀ ਪਾਵਰ 4x ਦਾ ਡੈਰੀਵੇਟਿਵ 4 sin³ sin x ਦਾ ਡੈਰੀਵੇਟਿਵ cos x 4 cos³ cos x ਦਾ ਡੈਰੀਵੇਟਿਵ minus sin x ਇਹਦੇ 'ਚੋਂ 4 sin x cos x ਕਾਮਨ ਫਾਈਂਡ ਆਊਟ ਕਰ ਲਿਆ ਇਹ 'ਚ ਰਹੇਗਾ sin² minus cos² ਨੈਗੇਟਿਵ 2 ਬਾਹਰ ਕੱਢਦਾ ਇਹ ਬਣ ਜੂਗਾ ਫਾਰਮੂਲਾ 2 sin x cos x ਦਾ ਔਰ ਇਹ cos² minus sin² cos 2x ਹੁੰਦਾ ਸੋ ਇਹ ਬਣ ਗਿਆ -2 sin 2x cos 2x ਇਹਨੂੰ ਆਪਾਂ ਲਿਖਾਂਗੇ sin 4x ਇਟਸ ਵੈਲਿਊ sin 4x 2 sin θ cos θ ਤਾਂ ਇਹ ਜਿਹੜੀ ਵੈਲਿਊ ਆ ਗਈ f'(x) minus sin 4x ਆਈ ਹੁਣ ਇਹਨੂੰ ਕਿਹਦੇ ਬਰਾਬਰ ਪੁੱਟ ਕਰਨਾ ਆਪਾਂ 0 ਦੇ ਬਰਾਬਰ 0 ਦੇ ਬਰਾਬਰ ਜਦੋਂ ਆਪਾਂ ਪੁੱਟ ਕਰਾਂਗੇ ਤਾਂ ਉਦੋਂ ਤੁਸੀਂ ਤੁਹਾਡੇ ਕੋਲ ਜਿਹੜੀ ਵੈਲਿਊ ਆਏਗੀ 4x = minus sin 4x = 0 4x = π/2 ਇੱਥੇ ਪਾਈ not π/2 ਪਾਈ 4x ਔਰ x ਦੀ ਵੈਲਿਊ ਜਿਹੜੀ ਹੈ ਤੁਹਾਡੇ ਕੋਲ ਉਹ ਬਣ ਜਾਏਗੀ π/4
ਕਿਉਂਕਿ 0 ਜੇ ਲਵਾਂਗੇ ਤਾਂ ਉਹ ਇਹਦੇ 'ਚ ਲਾਈ ਨਹੀਂ ਕਰੇਗਾ 0 ਦੇ π/2 'ਚ π/2 ਨਹੀਂ ਲੈ ਸਕਦੇ। ਜਿਹੜੀ ਵੈਲਿਊ ਇਨ ਬਿਟਵੀਨ ਲਾਈ ਕਰਦੀ ਹੈਗੀ ਆ ਉਹ ਆ ਗਈ ਆਪਣੇ ਕੋਲੇ 4x ਦੀ ਵੈਲਿਊ 0 ਵੀ ਹੋ ਸਕਦੀ ਹੈ, ਪਰ ਉਹਦੇ ਵਾਸਤੇ x ਦੀ ਵੈਲਿਊ 0 ਬਣੇਗੀ। 0 ਆਪਾਂ ਲੈਣੀ ਨਹੀਂ, ਇੰਟਰਵਲ 'ਚ ਨਹੀਂ ਲਾਈ ਕਰਦੀ। ਇਸ ਕਰਕੇ ਆਪਾਂ 4x = π ਲਿਆ। ਜਦੋਂ π ਲਿਆ 4x = x ਦੀ ਵੈਲਿਊ ਆ ਗਈ π/4। ਇਹ π/4 ਤੁਸੀਂ ਡਬਲ ਡੈਰੀਵੇਟਿਵ ਦੇ ਵਿੱਚ ਪੁੱਟ ਕਰਨੀ ਹੈ। f ਡਬਲ ਡੈਸ਼ ਹੈ, ਇਹਦਾ ਡਬਲ ਡੈਰੀਵੇਟਿਵ ਬੜਾ ਸਿੰਪਲ ਜਿਹਾ ਹੈਗਾ, ਕਿਉਂਕਿ ਇਹ -sin 4x ਆ। ਇਹਦਾ ਜੇਕਰ ਆਪਾਂ ਡਬਲ ਡੈਰੀਵੇਟਿਵ ਕੱਢਣਾ ਹੈਗਾ ਤਾਂ ਉਹ ਤੁਹਾਡੇ ਕੋਲੇ ਬਣ ਜਾਏਗਾ -cos 4x × 4, ਠੀਕ ਹੈ, -cos 4x × 4। ਔਰ ਆਹ ਜਿਹੜੀ ਵੈਲਿਊ ਆ ਇਹ ਚੱਕ ਕੇ π/4 ਤੁਸੀਂ ਇਹਦੇ 'ਚ ਪੁੱਟ ਕਰ ਲੈਣੀ ਆ ਔਰ ਦੇਖਣਾ ਹੈਗਾ ਕਿ ਇਹ ਨੈਗੇਟਿਵ ਬਣਦਾ ਕਿ ਪੋਜ਼ਿਟਿਵ ਬਣਦਾ। ਜੇਕਰ ਇਹ ਨੈਗੇਟਿਵ ਬਣ ਗਿਆ ਤਾਂ ਇਟ ਇਜ਼ ਏ ਪੁਆਇੰਟ ਆਫ ਲੋਕਲ ਮੈਕਸਿਮਾ, ਜੇਕਰ ਇਹ ਪੋਜ਼ਿਟਿਵ ਬਣ ਗਿਆ ਇਟ ਇਜ਼ ਏ ਪੁਆਇੰਟ ਆਫ ਲੋਕਲ ਮਿਨੀਮਾ। ਇਸ ਨੂੰ ਤੁਸੀਂ ਵੈਲਿਊਜ਼ ਨੂੰ ਜਿਹੜਾ ਇਹਦੇ 'ਚ ਪੁੱਟ ਕਰਕੇ ਦੇਖ ਸਕਦੇ ਆ। ਆਪ ਕਲੀਅਰ ਆ। π/4 ਜਦੋਂ ਆਪਾਂ ਇਹ 'ਚ ਪੁੱਟ ਕਰਾਂਗੇ ਇਹ cos π ਬਣ ਜਾਏਗਾ। cos π -1 ਹੁੰਦਾ, ਮਾਈਨਸ ਆਲਰੇਡੀ ਹੈਗਾ ਇੱਥੇ, ਤੇ ਇਹਦੀ ਵੈਲਿਊ ਪੋਜ਼ਿਟਿਵ ਬਣ ਜਾਣੀ ਹੈ। ਜਿਹੜੀ ਵੈਲਿਊ f ਡਬਲ ਡੈਸ਼ π/4 ਆ ਇਹ ਤੁਹਾਡੇ ਕੋਲੇ f ਡਬਲ ਡੈਸ਼ π/4 ਜਿਹੜੀ ਵੈਲਿਊ ਹੈਗੀ ਆ ਦੈਟ ਬਿਕਮ ਪੋਜ਼ਿਟਿਵ, ਇਹ ਪੋਜ਼ਿਟਿਵ ਬਣ ਜਾਏਗੀ, ਠੀਕ ਹੈ। ਤਾਂ ਉਹ ਵੈਲਿਊ ਜਿਹੜੀ ਚੱਕ ਕੇ ਸਟਾਰਟਿੰਗ ਦੇ ਵਿੱਚ ਆਪਾਂ ਇੱਥੇ ਪੁੱਟ ਕਰ ਦੇਣੀ ਹੈਗੀ ਆ। ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਆਲਸੋ ਫਾਈਂਡ ਦੀ ਲੋਕਲ ਮੈਕਸਿਮਮ ਔਰ ਮਿਨੀਮਮ ਵੈਲਿਊ, ਸੋ ਇਹ ਐਗਜ਼ਾਮਪਲ ਸੀਗੀ ਰਿਗਾਰਡਿੰਗ ਲੋਕਲ ਮੈਕਸਿਮਮ ਐਂਡ ਲੋਕਲ ਮਿਨੀਮਾ। ਜੇਕਰ ਐਬਸੋਲੂਟ ਕੱਢਣਾ ਹੋਵੇ ਸਿੰਗਲ ਡੈਰੀਵੇਟਿਵ, ਜੇਕਰ ਲੋਕਲ ਮੈਕਸਿਮਾ ਲੋਕਲ ਮਿਨੀਮਾ ਕੱਢਣਾ ਹੋਵੇ ਡਬਲ ਡੈਰੀਵੇਟਿਵ, ਐਂਡ ਪੁਆਇੰਟ ਇਨਕਲੂਡ ਨਹੀਂ ਕਰਾਂਗੇ। ਸੋ ਦੇਰ ਆਰ ਸੋ ਮੈਨੀ ਐਗਜ਼ਾਮਪਲਸ ਜਿਹੜੀਆਂ ਕਿ ਤੁਸੀਂ ਟਰਾਈ ਕਰ ਸਕਦੇ ਹੈਗੇ ਆ ਲੋਕਲ ਮੈਕਸਿਮਾ ਤੇ ਲੋਕਲ ਮਿਨੀਮਾ ਵਾਸਤੇ। ਥੈਂਕ ਯੂ।